औज़ुबिल्लाहिमिनश्शैतानिर्रजीम बिस्मिल्लाहिर्रहमानिर्रहीम। आपका मेज़बान सरदार ताहिर महमूद आपकी खिदमत में हाज़िर हूँ। आज मैं गुजरांवाला में एक नई रवायत को जन्म देने वाली शख्सियत के साथ मौजूद हूँ, जिन्होंने गुजरांवाला में एक नया ट्रेंड खुली जगह पर गुजरांवाला में पहले भी कार मेले लगते थे, लेकिन गुजरांवाला में 3 दिन कार मेले के लिए एक ऐसी जगह को आबाद किया जो कई अरसे से ये सोसाइटी मौजूद थी, लेकिन यहाँ पे कोई भी चरिंद परिंद भी मौजूद नहीं थे। लेकिन उन्होंने जब ऐलान किया तो यहाँ पे एक माहौल बन गया गुजरांवाला में कारोबारी हज़रात का कि रहमान कमर्शियल हब की तरफ जाना है। तो आज 28 तारीख है और मेरे साथ मौजूद हैं शहजाद डोगर साहब, जिन्होंने गाड़ियों के कारोबार के लोगों के लिए एक नई जिद्दत, एक नई राह मुतारफ करवाई। गाड़ियों के कारोबार कई सालों से 76 सालों से पाकिस्तान में हो रहा है, लेकिन जो चंद सालों के अंदर शहजाद डोगर साहब ने अपने इस कारोबार के लोगों के लिए जो रास्ता मुतय्यन किया, जो एक नई राह दी और गाड़ियों के तरीक़ेकार को नया मुतारफ करवाया, और उसके लिए जो गाड़ियों के कारोबार में जो फ्रॉड और दीगर मामला थे उसकी रोकथाम के लिए जो इकदाम किए वो काबिल सताइश हैं। आज मेरे साथ मौजूद हैं गुजरांवाला में उन्होंने अपनी एक नई ब्रांच का आगाज़ किया, जिसका इफ्तिताह मुज़फ़्फ़र बिंडर साहब ने किया अपने दस्ते मुबारक के साथ। और आज गुजरांवाला में सैकड़ों लोगों ने, हज़ारों लोगों ने बल्कि मैं कह सकता हूँ कि आके इनका इस्तकबाल किया। बहुत शुक्रिया डोगर साहब। क्या कहेंगे गुजरांवाला का आज जो क्राउड था, जो माहौल आपने देखा, सबसे पहले इस यहाँ से बात शुरू करते हैं। सब तो पहले तो तुहाडा शुक्रिया कि तुसीं सानूं इन्नी इज्जत दी, साडे कोल आए तुसीं। बाकी पूरे गुजरांवाले का मैं शुक्रिया अदा करना, और खासकर मैं DC गुजरांवाला नवीद साहब का शुक्रिया अदा करना कि जिन्हें सानूं NOC दिता, जिन्हें सानूं इजाजत दी कि इत्थे मेला लाउण दी। और असीं माशाअल्लाह जी अज आए हैं इत्थे, और पहली सानूं साडे ज़हनो गुमान च नहीं सी है कि इन्नी दुनिया होएगी, कि बस हिसाब ला लो बई माशाअल्लाह अखीर हो गई। ਤੇ ਗੁਜਰਾਂਵਾਲੇ ਵਾਲਿਆਂ ਨੇ ਦੱਸਿਆ ਕਿ ਅਸੀਂ ਤੇਰੇ ਨਾਲ ਪਿਆਰ ਕਰਨੇ ਆ। ਨਹੀਂ ਉਹ ਤੇ ਅਸੀਂ ਪਿੰਡੀ ਵੀ ਵੇਖਿਆ, ਮਲਤਾਨ ਵੀ ਵੇਖੇ, ਮੁਖਤਲਿਫ ਜਲੀਲ ਟਾਊਨ ਵੀ ਵੇਖਦੇ ਆ, ਜਿੱਥੇ ਤੁਸੀਂ ਰੂਟੀਨ ਨਾਲ ਪਹਿਲੇ ਸ਼ੁਰੂ ਤੋਂ ਮੇਲਾ ਲਾ ਰਹੇ ਹੋ। ਇਹ ਤੇ ਕਰਾਊਡ ਤੇ ਤੁਸੀਂ ਇਕੱਠਾ ਕਰਦੇ ਹੋ। ਹਾਂਜੀ, ਬਸ ਉਹ ਕਰਾਊਡ ਇਹ ਉਹ ਕਰਾਊਡ ਨਹੀਂ ਹੈਗਾ। ਪਹਿਲੇ ਕਰਾਊਡ ਹੁੰਦਾ ਸੀ ਕਿ ਟਿਕਟੋਕ ਦਾ ਜਿਹੜੇ ਲੋਕ ਫੇਮਸ ਮੈਨੂੰ ਮਿਲਣ ਵਾਸਤੇ ਆਉਂਦੇ ਸੀ, ਉਹ ਨੇ। ਇਹ ਅੱਜ ਜਿੰਨੇ ਵੀ ਲੋਕ ਬੁਲਾਏ ਨੇ ਸਾਰੇ ਕਾਰੋਬਾਰੀ ਲੋਕ ਨੇ, ਬਿਜ਼ਨਸਮੈਨ ਲੋਕ। ਜ਼ਿਆਦਾਤਰ ਕਿਉਂਕਿ ਮੈਂ ਉਹਨਾਂ ਲੋਕਾਂ ਨੂੰ ਨਾ ਪਹਿਲੇ ਵੀਡੀਓ 'ਚ ਕਿਹਾ ਸੀ ਕਿ ਯਾਰ ਨਾ ਸਾਡੇ ਕੋਲ ਨਾ ਇੰਨੀ ਜਗ੍ਹਾ ਨਹੀਂ ਹੈ ਕਿ ਅਸੀਂ ਤੁਹਾਨੂੰ ਨਾ ਉਹ ਮੁਸ਼ਕਲ ਹੋ ਜਾਏਗੀ ਸਾਡੇ ਵਾਸਤੇ। ਮੈਂ ਕਿਹਾ ਸੀ ਕਿ ਸਿਰਫ ਤੁਸੀਂ ਉਹ ਲੋਕ ਆਣ ਜਿਨ੍ਹਾਂ ਨੇ ਗੱਡੀਆਂ ਦੀ ਖਰੀਦਦਾਰੀ ਕਰਨੀ ਹੈ, ਜਿਹੜੇ ਬਿਜ਼ਨਸਮੈਨ ਲੋਕ ਨੇ। ਤੇ ਅੱਜ ਮਾਸ਼ਾਅੱਲਾ ਇੰਨੀ ਕੁ ਦੁਨੀਆ ਆਈ ਹੈ ਗੱਡੀਆਂ ਲੈ ਕੇ ਕਿ ਮੈਂ ਆਪ ਹੈਰਾਨ ਹੋ ਗਿਆ, ਕੋਈ ਜਗ੍ਹਾ ਹੀ ਕੋਈ ਨਹੀਂ ਬਚੀ। ਫੁੱਲ ਹੋਈ ਪਈ ਹੈ ਸੁਸਾਇਟੀ ਪੂਰੀ। ਇਹ ਤਕਰੀਬਨ ਕਿੰਨੀ ਏਕੜ ਜੇ? 21 ਏਕੜ ਦੇ ਵਿੱਚ ਮਾਸ਼ਾਅੱਲਾ ਕੋਈ ਜਗ੍ਹਾ ਖਾਲੀ ਨਹੀਂ ਹੈ। 21 ਏਕੜ ਦੇ ਵਿੱਚ ਕਾਰ ਮੇਲਾ ਕਦੀ ਕਰਾਚੀ ਸੁਣੀ ਦਾ ਸੀ ਲੱਗਦਾ ਹੁੰਦਾ, ਲੇਕਿਨ ਅੱਜ ਗੁਜਰਾਂਵਾਲੇ ਦੇ ਵਿੱਚ ਵੀ 21 ਏਕੜ 'ਚ ਮਾਸ਼ਾਅੱਲਾ ਜੀ ਮੇਲਾ ਲੱਗ ਗਿਆ। ਤੁਸੀਂ ਜਿਹੜੀ ਗੱਲ ਜਿੱਥੋਂ ਸਟਾਰਟ ਕੀਤਾ ਕਿ 30,000 रुपया पर मेरे को आओ कम करो, कार डीलर मेरे को रजिस्टर होवो, उस तो बाद कुछ मामलात डीलर आजाद दे नाल ਤੁਹਾਡੇ ਖਿਲਾਫ ਸ਼ੁਰੂ ਹੋਏ ਮਾਮਲਾ। ਇਹ ਅਸਲ ਗੱਲ ਕੀ ਸੀ, ਮਾਮਲਾ ਕੀ ਸੀ? ਨਹੀਂ, ਅਸੀਂ ਨਾ ਉਹਨਾਂ ਨਾਲ ਇਹ ਗੱਲ ਨਾ ਹੋਈ ਹੈ ਤੇ ਨਾ ਉਹ ਆਏ ਸਨ। ਮੈਂ ਤੁਹਾਨੂੰ ਦੱਸਣਾ ਹੋਇਆ ਇਸ ਤਰ੍ਹਾਂ ਸੀ ਕਿ ਅਸੀਂ ਜਦੋਂ ਇੱਥੇ ਮੇਲਾ ਆ ਕੇ ਨਾ ਤੇ ਜਗ੍ਹਾ ਲਈ, ਮੀਆਂ ਸਾਹਿਬ ਨੇ ਖੁਦ ਹੀ ਸਾਨੂੰ ਜਗ੍ਹਾ ਦਿੱਤੀ। ਮੇਰਾ ਕੋਈ ਪਲਾਨ ਨਹੀਂ ਸੀ ਆ ਗੁਜਰਾਂਵਾਲੇ ਦੇ ਬੜੇ ਲੋਕ ਮੈਨੂੰ ਜਾ ਕੇ ਕਹਿੰਦੇ ਬਈ ਡੋਗਰ ਸਾਹਿਬ ਸਾਨੂੰ ਨਾ ਇੱਥੋਂ ਆਉਣਾ ਬੜਾ ਮੁਸ਼ਕਲ ਹੁੰਦਾ, ਅੱਗੋਂ ਧੁੰਦਾਂ ਪੈਂਦੀਆਂ ਨੇ, ਬਿਲਕੁਲ ਹੀ ਗੁਜਰਾਂਵਾਲਿਆਂ ਕੋਲ ਲਾਹੌਰ ਜਾਣਾ ਮੁਸ਼ਕਲ ਹੋ ਜਾਂਦਾ, ਛੋਟੇ ਛੋਟੇ ਦਿਨ ਨੇ। ਤੇ ਮੈਨੂੰ ਕਹਿੰਦੇ ਡੋਗਰ ਸਾਹਿਬ ਤੁਸੀਂ ਗੁਜਰਾਂਵਾਲੇ ਕਾਰ ਮੇਲਾ ਲਾਓ। ਤੇ ਮੈਂ ਕਹਿੰਦਾ ਯਾਰ ਮੇਰਾ ਨਾ ਲਾਹੌਰ ਦਾ ਬੜਾ ਹਰਜ ਹੋਣਾ ਹੈ, ਕਿਉਂਕਿ ਲਾਹੌਰ ਲਾਗੇ ਤੇ ਮੇਰੇ ਲਾਹੌਰ 'ਚੋਂ ਆ ਜਾਂਦੇ ਨੇ। ਉਹਨਾਂ ਕਹਿੰਦੇ ਯਾਰ ਤੁਸੀਂ ਗੁਜਰਾਂਵਾਲੇ ਲਾਓ, ਸਾਨੂੰ ਮੁਸ਼ਕਲ ਬਣਦੀ। ਮੈਂ ਫਿਰ ਨਾ ਇਹ ਮੀਆਂ ਸਾਹਿਬ ਨੇ ਮੈਨੂੰ ਬੁਲਾਇਆ, ਐਵੇਂ ਬਸ ਮੇਰੇ ਕਿਸਮਤ ਦੇ ਵਿੱਚ ਸੀ। ਉਤੋਂ ਇਹ ਰਾਈ ਨੇ, ਤੇ ਰਾਈ ਮੇਰੇ ਨਾਲ ਬੜੀ ਮੁਹੱਬਤ ਕਰਦੇ ਨੇ ਮਾਸ਼ਾਅੱਲਾ ਜੀ। ਤੇ ਅਲ ਰਹਿਮਾਨ ਗਾਰਡਨ ਸਾਡੇ ਕੋਲ ਉੱਥੇ ਵੀ ਸੁਸਾਇਟੀ ਇਹਨਾਂ ਦੀ। ਤੇ ਉਹਨਾਂ ਨੇ ਸਾਨੂੰ ਬੁਲਾਇਆ, ਉਹਨਾਂ ਨੇ ਕਿਹਾ ਡੋਗਰ ਸਾਹਿਬ ਤੁਸੀਂ ਨਾ ਉੱਥੇ ਜਾ ਕੇ ਨਾ ਇੱਕ ਵਾਰੀ ਵਿਜ਼ਿਟ ਕਰੋ, ਤੁਹਾਨੂੰ ਜਗ੍ਹਾ ਪਸੰਦ ਆਏਗੀ। ਮੈਂ ਇੱਥੇ ਆਇਆ, ਮੈਨੂੰ ਜਗ੍ਹਾ ਪਸੰਦ ਆ ਗਈ, ਮੈਂ ਓਕੇ ਕਰ ਦਿੱਤੀ। ਜਾਂ ਮੈਂ ਓਕੇ ਕੀਤੀ, ਵੀਡੀਓ ਲਾਈ ਹੈ, ਤੇ ਦੂਸਰੇ ਦਿਨ ਹੀ ਨਾ ਹਾਜੀ ਸਾਹਿਬ ਆ ਗਏ, ਹਾਜੀ ਕਮਾਨ ਸਾਹਿਬ। ਉਹਨਾਂ ਨੇ ਇਹਨਾਂ ਨਾਲ ਗੱਲ ਕਰ ਲਈ। ਹਾਲਾਂਕਿ ਮੇਰਾ ਐਗਰੀਮੈਂਟ ਹੋਇਆ ਇਸ ਚੀਜ਼ ਦਾ ਕਿ ਇੱਥੇ ਜਿੰਨੀ ਦੇਰ ਮੈਂ ਕੰਮ ਕਰਾਂਗਾ ਕੋਈ ਦੂਸਰਾ ਬੰਦਾ ਕੰਮ ਨਹੀਂ ਕਰ ਸਕਦਾ। ਮੈਂ ਜਿੱਥੇ ਵੀ ਬੈਠਣਾ ਮੈਂ ਸੁਸਾਇਟੀ 'ਚ ਹੀ ਬੈਠਣਾ, ਔਰ ਸੁਸਾਇਟੀ ਵਿੱਚ ਮੈਂ ਐਗਰੀਮੈਂਟ ਕਰਕੇ ਸੁਸਾਇਟੀ ਦੇ ਮਾਲਕਾਂ ਨਾਲ ਕਰਨਾ ਕਿ ਮੇਰੇ ਹੁੰਦਿਆਂ ਕੋਈ ਬੰਦਾ ਦੂਸਰਾ ਨੂੰ ਤੁਸੀਂ ਸ਼ੋਰੂਮ ਵਾਸਤੇ ਜਗ੍ਹਾ ਨਹੀਂ ਦੇ ਸਕਦੇ। ਉਹ ਚੌਧਰੀ ਸਾਹਿਬ ਨੂੰ ਪਤਾ ਨਹੀਂ ਸੀ ਹੈਗਾ। ਚੌਧਰੀ ਸਾਹਿਬ ਨੇ ਉਹਨਾਂ ਕੋਲ ਬਿਆਨਾ ਫੜ ਲਿਆ। ਉਹਨਾਂ ਨੇ ਇਹ ਨਹੀਂ ਦੱਸਿਆ ਕਿ ਅਸੀਂ ਗੱਡੀਆਂ ਦਾ ਮੇਲਾ ਲਾਣਾ ਇੱਥੇ। ਉਹਨਾਂ ਨੇ ਇਹ ਕਿਹਾ ਕਿ ਅਸੀਂ ਵੈਸੇ ਹੀ ਨਾ ਇੱਥੇ ਵੀ 2-4 ਗੱਡੀਆਂ ਖਿਲਾਉਣੀਆਂ, ਦਫ਼ਤਰ ਬਣਾਉਣਾ। ਤੇ
ਉਹ ਇਹਨਾਂ ਨੇ ਇਜਾਜ਼ਤ ਦੇ ਦਿੱਤੀ। ਜਦੋਂ ਮੇਰੇ ਤੱਕ ਗੱਲ ਪਹੁੰਚੀ ਮੈਂ ਕਿਹਾ ਯਾਰ ਮੇਰੀ ਤਾਂ ਐਗਰੀਮੈਂਟ ਹੋਇਆ ਤੁਹਾਡੇ ਨਾਲ ਮਾਲਕਾਂ ਨਾਲ, ਤੇ ਉਹਨਾਂ ਨਾਲ ਫਿਰ ਇਹਨਾਂ ਨੇ ਰਾਬਤਾ ਕੀਤਾ, ਇਹ ਐਗਰੀਮੈਂਟ ਕਰ ਚੁੱਕੇ ਉਹਨਾਂ ਨਾਲ। ਔਰ ਉਹਦੇ ਵਿੱਚ ਫਿਰ ਉਹ ਸਾਡੇ ਵਾਸਤੇ ਮੁਸ਼ਕਲ ਬਣੀ। ਮੈਂ ਫਿਰ ਉਹਨਾਂ ਦੇ ਕੋਲ ਗਿਆ, ਮੈਂ ਕਿਹਾ ਬਾਈ ਗੱਲ ਸੁਣੋ, ਤੁਸੀਂ ਮੇਰੇ ਭਾਈ ਹੋ, ਤੁਸੀਂ ਜੋ ਲਹਿਦਾ ਵਿੱਚ ਮੇਰੇ ਕੰਮ ਦੇ ਵਿੱਚ ਵੀ ਆ ਕੇ ਤੇ ਉਹ ਇੰਤਸ਼ਾਰ ਹੀ ਹੈ ਨਾ ਕਿ ਉਹ ਪਰੇਸ਼ਾਨੀ, ਮੇਰਾ ਵੀ ਕਸਟਮਰ ਆਣਾ, ਤੁਹਾਡਾ ਵੀ ਕੋਈ ਕਸਟਮਰ ਆਏਗਾ ਤਾਂ ਮੇਰੇ ਲਈ ਮੁਸ਼ਕਲ ਬਣੇਗੀ। ਤੇ ਤੁਸੀਂ ਇੰਜ ਕਰੋ, ਤੁਸੀਂ ਮੇਰੇ ਨਾਲ ਕੰਮ ਕਰੋ। ਠੀਕ ਹੈ। ਦੇਖੋ ਤੁਸੀਂ ਜੋ ਲਹਿਦਾ ਕੰਮ ਕਰਨਾ, ਮੇਰੇ ਨਾਲ ਕੰਮ ਕਰਨ ਦੇ ਤੁਹਾਨੂੰ ਫਾਇਦੇ ਇਹ ਨੇ ਕਿ ਗੱਡੀ 2 ਨੰਬਰ ਹੋਵੇ, ਜਿਹੋ ਜਿਹੀ ਵੀ ਹੋਵੇ, ਤੁਹਾਡੀ ਜ਼ਿੰਮੇਵਾਰੀ ਨਹੀਂ, ਮੇਰੀ ਜ਼ਿੰਮੇਵਾਰੀ। ਤੁਸੀਂ ਸਿਰਫ ਗੱਡੀ ਵੇਚਣੀ ਹੈ, ਅੱਗੇ ਕਲੀਅਰ ਕਰਨ ਵਾਲੇ ਸਾਡੇ ਬੰਦੇ ਨੇ। ਠੀਕ ਹੈ। ਤੇ ਤੁਸੀਂ ਵੇਚ ਕੇ ਤੇ ਆਪਣੇ ਘਰ ਜਾਓ, ਆਪਣੀ ਕਮਿਸ਼ਨ ਲਵੋ। ਉਹਨਾਂ ਨੇ ਕਿਹਾ ਜੀ ਸਾਡਾ ਤੇ 9000 ਨਾਲ ਬਣਨਾ ਕੁਝ ਨਹੀਂ, ਅਸੀਂ 9000 ਜੀ ਕਮਿਸ਼ਨ ਦਾ ਡੀਲਰ ਨੂੰ ਕਮਿਸ਼ਨ ਦਿੰਦੇ ਆ। ਅਸੀਂ ਡੀਲਰ ਨੂੰ 9000, ਇਹ 9000 ਨਹੀਂ ਨਾ ਬਣਦੀ, ਉਹ 10 ਗੱਡੀਆਂ ਵੇਚੇ ਤੇ 90000 ਦਿਹਾੜੀ ਬਣ ਗਈ ਨਾ। ਇੱਕ ਡੀਲਰ 10 ਗੱਡੀਆਂ ਵੇਚਦਾ, ਔਰ ਉਹ ਡੀਲਰ ਨੇ ਜਿਨ੍ਹਾਂ ਨੂੰ ਗੱਡੀ ਦਾ ਪਤਾ ਹੀ ਨਹੀਂ, ਨਾਮ ਦਾ ਨਹੀਂ ਪਤਾ। ਸਾਡੇ ਕੋਲ ਉਹ ਸਿਸਟਮ ਨਹੀਂ ਹੈਗਾ, ਸਾਡੇ ਕੋਲ ਸਿਸਟਮ ਹੋਰ ਹੈ। ਸਾਡੇ ਕੋਲ ਜਿਹੜਾ ਕਸਟਮਰ ਗੱਡੀ ਖਰੀਦਦਾ ਉਹ ਆਪ ਹੀ ਗੱਡੀ ਖਰੀਦਦਾ, ਉਹਨੂੰ ਨਹੀਂ ਪਤਾ ਇਹ ਗੱਡੀ ਕਿਵੇਂ ਦੀ ਹੈ, ਕੀ ਹੈ, ਉਹਨੇ ਸਿਰਫ ਪਸੰਦ ਕਰਨੀ ਹੈ। ਅੱਛਾ, ਜੇ 30000 ਵਾਲੀ ਗੱਲ ਉਹ ਕੀ ਸੀ? 30000 ਅਸੀਂ ਲੈਂਦੇ ਹਾਂ ਮਹੀਨੇ ਦਾ। ਠੀਕ ਹੈ, ਉਹਨਾਂ ਕੋਲੋਂ ਕਿ ਤੁਸੀਂ ਸਾਡਾ ਨਾਮ ਯੂਜ਼ ਕਰੋ, ਸਾਡਾ ਨਾਮ ਯੂਜ਼ ਕਰਨਾ, ਸਾਡੇ ਜਗ੍ਹਾ ਯੂਜ਼ ਕਰਨੀ, ਜਗ੍ਹਾ ਯੂਜ਼ ਕਰ, ਸਾਡਾ ਕਸਟਮਰ ਉਹਨਾਂ ਨੇ ਕਸਟਮਰ ਨੂੰ ਗੱਡੀ ਵੇਚਣੀ ਹੈ, ਸਾਰਾ ਕੁਝ। ਗੱਡੀਆਂ ਵੀ ਅਸੀਂ ਇਕੱਠੀਆਂ ਕਰਨੀਆਂ ਨੇ, ਜਗ੍ਹਾ ਵੀ ਅਸੀਂ ਦੇਣੀ, ਉਹਨਾਂ ਨੂੰ ਗਾਰਡ ਦੇਣੇ, ਉਹਨਾਂ ਨੂੰ ਨੌਕਰ ਦੇਣੇ, ਚਾਕਰ ਦੇਣੇ। ਜਿਹੜੀ ਕਮਾਈ ਇੱਥੋਂ ਕਰਨਗੇ ਉਹਦੇ ਚ ਤੁਹਾਂ ਕਿ 30000 ਮਹੀਨੇ ਦਾ 30000 ਰੁਪਇਆ ਉਹਨਾਂ ਨੇ ਸਿਰਫ ਸਾਨੂੰ, ਦੇਖੋ ਆਪਣਾ ਸ਼ੋਰੂਮ, ਭਾਵੇਂ ਇੱਕ ਦਿਨ 90000 ਕਮਾ ਲੈ, ਲੱਖ ਕਮਾ ਲੈ, 2 ਲੱਖ ਮਹੀਨੇ ਦਾ 30000 ਰੁਪਇਆ ਦੇਣਾ, ਉਹ ਵੀ ਕੁਝ ਕਮਾਣਾ ਹੈ ਤੇ ਦੇਣਾ ਹੈ। ਜਿੰਨੀ ਕਮਾਣਾ ਤੇ ਨਹੀਂ, ਲੱਖ ਰੁਪਏ ਤੋਂ ਉੱਤੇ ਆਮਦਨ ਹੋਏਗੀ ਤੇ 30000 ਦੇਣਾ। ਠੀਕ, ਇੱਕ ਸਿਸਟਮ ਹੈ ਸਾਡਾ। ਅਗਰ 30 ਲੱਖ, ਇਹ ਨਹੀਂ ਕਿ ਤੁਸੀਂ ਕੁਝ ਵੀ ਨਹੀਂ ਕਮਾਇਆ ਸਾਨੂੰ 30000 ਦੇ ਦਿਓ, ਨਹੀਂ। ਅਗਰ ਤੁਹਾਨੂੰ ਲੱਖ ਬਚੇਗਾ ਤੇ ਤੁਸੀਂ ਸਾਨੂੰ 30000 ਦੇ ਦਿਓ। ਠੀਕ ਹੋ ਗਿਆ। ਲੇਕਿਨ ਜਿਹੜੀ ਸੋਸ਼ਲ ਮੀਡੀਆ ਤੇ ਇਹ ਗੱਲ ਉਹਨਾਂ ਨੇ ਨਹੀਂ ਦੱਸੀ ਕਿਸੇ ਨੂੰ, ਉਹ ਫਿਰ ਅਸਲ ਗੱਲਾਂ ਨਹੀਂ ਨਾ ਦੱਸਦੇ ਬੰਦੇ। ਉਹ ਬਾਕੀ ਉਹ ਸਾਡੇ ਭਾਈ ਨੇ, ਮੇਰਾ ਉਹਨਾਂ ਨਾਲ ਬੜਾ ਪਿਆਰ ਹੈ ਸ਼ੁਰੂ ਤੋਂ ਹੀ। ਹਰਪਿੰਦਰ ਸਾਹਿਬ ਮੇਰੇ ਉਸਤਾਦ ਨੇ, ਔਰ ਹਾਜੀ ਜ਼ਮਾਨ ਸਾਹਿਬ ਨੇ ਮੈਂ ਉਸਤਾਦ ਹੀ ਕਹਿਣਾ। ਕਾਫੀ ਗੱਡੀਆਂ ਇਹਨਾਂ ਕੋਲ ਲੈ ਕੇ ਜਾਂਦੇ ਰਹੇ, ਸਾਡਾ ਭਾਈ ਹੈ, ਬੜਾ ਪਿਆਰ ਸੀ ਉਹਦੇ ਨਾਲ। ਲੇਕਿਨ ਉਹਨੇ ਇਹ ਜਿਹੜੀ ਹਰਕਤ ਕੀਤੀ ਹੈ ਨਾ, ਮੈਨੂੰ ਆਪ ਨਹੀਂ ਇਹ ਬੜੀ ਨਾ। ਅੱਛਾ, ਇੱਕ ਦਫਾ ਤੁਹਾਡਾ ਮਾਈਂਡ ਬਣ ਗਿਆ ਸੀ ਕਿ ਮੈਂ ਗੁਜਰਾਂਵਾਲਾ ਚ ਕਾਰ ਮੇਰਾ ਇੱਕ ਲਾਣਾ 28 ਨੂੰ, ਉਸ ਤੋਂ ਬਾਅਦ ਨਹੀਂ ਕਾਰੋਬਾਰ ਕਰਨਾ। ਹਾਂਜੀ, ਫਿਰ ਤੁਸੀਂ ਕੁਝ ਦਿਨਾਂ ਤੋਂ ਬਾਅਦ ਬਿਲਕੁਲ ਇਸੇ ਤਰ੍ਹਾਂ ਹੀ ਹੋਇਆ ਕਿ ਜਦੋਂ ਉਹ ਨਹੀਂ ਰੋਕ ਰਹੇ, ਉਹਨਾਂ ਕਿਹਾ ਜੀ ਅਸੀਂ ਇੱਥੇ, ਮੈਂ ਕਿਹਾ ਯਾਰ ਲੜਾਈ ਹੋਏਗੀ। ਠੀਕ ਹੈ, ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਜਾਂ ਇਹਨਾਂ ਨੂੰ ਕੱਢ ਦਿਓ ਜਾਂ ਸਾਨੂੰ ਕੱਢ ਦਿਓ। ਮਾਲਕਾਂ ਨੂੰ ਕਿਹਾ, ਮੈਂ ਕਿਹਾ ਬਾਈ ਫਿਰ ਮੈਂ ਤਾਂ ਨਹੀਂ ਕੰਮ ਕਰਨਾ। ਇਹਨਾਂ ਕਿਹਾ ਨਹੀਂ ਡੋਗਰ ਸਾਹਿਬ, ਸਾਡੀ ਤੁਹਾਡੀ ਜ਼ਮਾਨ ਹੈ, ਤੁਸੀਂ ਕਰਨਾ, ਉਹ ਨਹੀਂ ਕਰਨਗੇ। ਉਹਨਾਂ ਨੇ ਕਿਹਾ, ਹੁਣ ਉਹਨਾਂ ਨੇ, ਹਾਂਜੀ, ਬਾਕੀ ਜਿੰਨੇ ਵੀ ਕਾਰ ਡੀਲਰ ਨੇ ਸਾਡੇ ਪੂਰੇ ਗੁਜਰਾਂਵਾਲੇ ਦੇ, ਸਾਰਿਆਂ ਨੇ ਮੈਨੂੰ ਕਿਹਾ, ਵੀਡੀਓ ਲਾਈਆਂ ਮੇਰੇ ਤੇ ਕਿ ਡੋਗਰ ਸਾਹਿਬ ਤੁਸੀਂ ਆਓ, ਅਸੀਂ ਤੁਹਾਡੇ ਨਾਲ ਆ। ਉਸ ਤੋਂ ਬਾਅਦ ਮੈਨੂੰ ਫੋਨ ਕੀਤੇ, ਮੈਨੂੰ ਫੋਨ ਕਰਵਾਏ ਲੋਕਾਂ ਕੋਲੋਂ ਕਿ ਤੁਸੀਂ ਇੱਥੇ ਮੇਲਾ ਲਾਣਾ, ਅਸੀਂ ਤੁਹਾਡਾ ਮੇਲਾ ਲਵਾਣਾ ਹੈ, ਤੁਹਾਡੇ ਆਉਣ ਨਾਲ ਸਾਨੂੰ ਫਾਇਦਾ ਹੈ, ਨੁਕਸਾਨ ਨਹੀਂ ਹੈਗਾ। ਅਸੀਂ ਅੱਗੇ ਇੱਕ ਦਿਨ ਬਾਜ਼ਾਰ ਲਾਉਣੇ, ਹੁਣ 3 ਦਿਨ ਬਾਜ਼ਾਰ ਲਾਵਾਂਗੇ। ਹੁਣ ਦੇਖੋ ਨਾ, ਉਹਦਾ ਦਿਨ ਬਾਜ਼ਾਰ ਲੱਗਦਾ, ਨਾਲੇ ਉੱਥੇ ਤੁਹਾਨੂੰ ਪਤਾ ਮੋਟਰਵੇ ਵਾਲੇ ਬਹੁਤ ਤੰਗ ਕਰਦੇ ਨੇ ਰੋਡ ਦੇ ਉੱਤੇ। ਇੱਥੇ ਇੱਕ ਸੁਸਾਇਟੀ ਦੇ ਅੰਦਰ ਸਾਰਿਆਂ ਨੂੰ ਇਕੱਠਿਆ ਕਰਦੇ, ਇੱਥੇ ਰਕਮਾਂ 30000 ਮਹੀਨਾ ਦੇਣਾ ਨੇ। ਫਿਰ ਉਹਦੇ ਵਿੱਚ ਇਹਨਾਂ ਨੇ ਜੇ ਆਪਣੀ ਗੱਡੀ ਖਰੀਦਣੀ ਹੈ, ਉਹਦੀ ਵੀ ਕਮਿਸ਼ਨ ਕੋਈ ਨਹੀਂ, ਵੇਚਣ ਦੀ ਵੀ ਕਮਿਸ਼ਨ ਕੋਈ ਨਹੀਂ, ਲੈਣ ਦੀ ਵੀ ਕਮਿਸ਼ਨ ਕੋਈ ਨਹੀਂ, ਜ਼ਾਤੀ ਗੱਡੀ ਦੀ ਕੋਈ ਚੀਜ਼ ਨਹੀਂ, ਕੋਈ ਨਹੀਂ। ਆਪਣਾ ਇਨਵੈਸਟਰ ਭਾਵੇਂ 20 ਚਲਾਉਣ, ਭਾਵੇਂ 50 ਇਨਵੈਸਟਰ ਚਲਾਉਣ, ਅਸੀਂ ਇਹਨਾਂ ਕੋਲ ਕੁਝ ਨਹੀਂ ਲੈਣਾ। ਅਸੀਂ ਇਹਨਾਂ ਨੂੰ ਸਿਰਫ 30000 ਮਹੀਨਾ ਹੀ ਲੈਣਾ। ਸਾਡਾ ਇੱਕ ਸਿਸਟਮ ਹੈ, ਉਹਦੇ ਤਹਿਤ ਇਹਨਾਂ ਨੂੰ ਚੱਲਣਾ ਪੈਣਾ ਹੈ। ਉਹ ਕਹਿੰਦੇ ਜੀ ਸਾਡੀ ਸਮਝ ਨਹੀਂ ਹੁੰਦਾ। ਅਸਲ ਵਿੱਚ ਮੈਂ ਉਹਦੇ ਨਹੀਂ ਉਹ ਗੱਲਾਂ ਕਰਨੀਆਂ ਚਾਹੁੰਦਾ, ਉਹ ਦੁਨੀਆ ਨੂੰ ਵੀ ਪਤਾ ਹੈ ਕਿ ਕਾਰ ਡੀਲਰ ਜਿਹੜਾ ਨੇ ਨਾ, ਉਹਨਾਂ ਦਾ 9-10 ਹਜ਼ਾਰ ਨਾਲ ਬਣਦਾ ਕੁਝ ਨਹੀਂ, ਤੇ ਅਸੀਂ 9-10 ਹਜ਼ਾਰ ਵਾਲੇ, ਸਾਨੂੰ ਇੰਨਾ ਹੀ ਬੜਾ। ਸਾਡਾ ਸ਼ਾਮ ਨੂੰ ਬਥੇਰੇ ਪੈਸੇ ਇਕੱਠੇ ਹੋ ਜਾਂਦੇ ਨੇ, 10-10 ਹਜ਼ਾਰ ਕਰਕੇ ਨਾ, ਸ਼ਾਮ ਨੂੰ ਅੱਲਾ ਦਾ ਸ਼ੁਕਰ ਹੈ ਲੱਖਾਂ ਰੁਪਏ ਇਕੱਠੇ ਹੋ ਜਾਂਦੇ। ਠੀਕ ਹੋ ਗਿਆ। ਤੁਸੀਂ ਜਿਹੜੇ ਹੋ ਨਾ ਟਿਕਟੌਕ ਤੇ ਬੜੇ ਮਸ਼ਹੂਰ ਹੋ, ਹਾਂਜੀ, ਔਰ ਸੋਸ਼ਲ ਮੀਡੀਆ ਤੇ ਤੁਹਾਡੀ ਬੜੀ ਫੈਨ ਨੇ ਮੌਜੂਦ। ਤੁਹਾਨੂੰ ਵੇਖ ਕੇ ਲੋਕ ਆਪਣੀ ਰਾਏ ਬਣਾਉਣਗੇ ਤੁਹਾਡੇ ਬਿਹੇਵ ਤੋਂ, ਤੁਹਾਡੇ ਕਿਰਦਾਰ ਤੋਂ। ਕਿਆ ਤੁਹਾਡੇ ਤੇ ਬੜੀ ਜ਼ਿੰਮੇਵਾਰੀ ਨਹੀਂ ਹੈ ਅਗਰ ਤੁਸੀਂ ਕੋਈ ਲੂਜ਼ ਟਾਕਿੰਗ ਕਰੋਗੇ ਜਾਂ ਕੁਝ ਕਰੋਗੇ ਆਪਣੇ ਦੋਸਤਾਂ ਦੇ ਹਵਾਲੇ ਨਾਲ, ਆਪਣੇ ਕਾਰੋਬਾਰ ਦੇ ਹਵਾਲੇ ਨਾਲ, ਤੇ ਕਿਆ ਇਸ ਚੀਜ਼ ਦੀ ਪਾਬੰਦੀ ਸਾਡੇ ਤੇ ਤੁਹਾਡੇ ਸਾਰਿਆਂ ਤੋਂ ਜ਼ਿਆਦਾ ਜ਼ਿੰਮੇਵਾਰੀ ਨਹੀਂ? ਬਿਲਕੁਲ ਹੈ, ਕਿਉਂ ਨਹੀਂ, ਕਿਉਂਕਿ ਪਬਲਿਕ ਫਿਗਰ ਹੈ। ਸਾਰੇ ਤਾਂ ਕਦੀ ਵੀ ਨਹੀਂ ਹੋ ਸਕਦਾ। ਅਸੀਂ ਤਾਂ ਲਫ਼ਜ਼ਾਂ ਦਾ ਚੁਣਾਵ ਕਰਕੇ ਗੱਲ ਕਰਨੇ, ਜਿਹੜੀ ਵੀ ਕਰਨੇ, ਅਲਫਾਜ਼ਾਂ ਦਾ ਚੁਣਾਵ ਕਰਨੇ ਆ। ਦੇਖੋ ਇਹ ਜ਼ਬਾਨ ਹੀ ਲਿੱਤਰ ਪਾਉਂਦੀ ਹੈ, ਇਹ ਜ਼ਬਾਨ ਹੀ ਤਖਤ ਤੇ ਬਿਠਾਉਂਦੀ ਹੈ। ਠੀਕ ਹੋ ਗਿਆ। ਹਾਂਜੀ, ਤੇ ਆਖਰ ਤੇ ਦੱਸੋ ਕਿ ਤੁਹਾਡੇ ਨਾਲ ਜਿਹੜੀ ਟੀਮ ਹੈ, ਕਿਆ ਗੁਜਰਾਂਵਾਲਾ ਦੇ ਵਿੱਚ ਲੋਕਲ ਟੀਮ ਇਕੱਠੀ ਕੀਤੀ ਜਾਂ ਆਊਟਸਾਈਡ ਤੋਂ ਲਿਆਂਦੀ? ਸਾਡੇ ਕੋਲ ਗੁਜਰਾਂਵਾਲੇ ਦੀ ਟੀਮ, ਗੁਜਰਾਂਵਾਲੇ ਦੇ ਤਕਰੀਬਨ ਸਾਡੇ ਕੋਲ ਇਸ ਟਾਈਮ 120 ਬੰਦੇ ਰਜਿਸਟਰਡ ਹੋ ਗਏ ਨੇ। ਹਾਂਜੀ, ਸਮਝ ਲਓ ਵੀ ਆਪਣਾ 120 ਉਹ ਬੰਦੇ ਨੇ, ਨਾਲ ਕੁਝ ਮੇਰੀ ਬਾਹਰੋਂ ਵੀ ਆਈ ਹੈ ਟੀਮ,
ਅਲ ਜਲੀਲ ਗਾਰਡਨ ਤੋਂ ਲਾਹੌਰ ਤੋਂ, ਉੱਥੇ ਵੀ ਅੱਜ ਕਾਰ ਮੇਲਾ ਲੱਗਾ। ਬਾਕੀ ਮੇਰੀਆਂ ਬ੍ਰਾਂਚਾਂ ਤੋਂ ਵੀ ਅੱਜ ਕਾਰ ਮੇਲਾ ਲੱਗਾ ਹੋਇਆ ਹਰ ਨਹੀਂ ਜਗ੍ਹਾ। ਜਿਹੜੇ ਚੈਕਿੰਗ ਕਰਨਗੇ ਪੇਂਟ ਹੋ ਸਾਰਾ ਕੁਝ ਹਾਂਜੀ ਪੂਰੀ ਗੁਜਰਾਲੇ ਤੋਂ ਲੋਕ ਲਿਆਂਦੇ ਜੇ ਬਾਹਰ ਲਿਆਂਦੇ ਗੁਜਰਾਲੇ ਦੇ ਹਾਇਰ ਕੀਤੇ ਨੇ ਉਹਨਾਂ ਨੂੰ ਟ੍ਰੇਨ ਕੀਤਾ ਹਾਂਜੀ। ਨਹੀਂ ਉਹ ਟ੍ਰੇਨਡ ਹੀ ਹੁੰਦੇ ਨੇ ਨਾ ਪਹਿਲੇ ਹਾਂ ਪਹਿਲੇ ਉਹ ਕੰਮ ਕਰ ਰਹੇ ਨੇ, ਕਾਰ ਡੀਲਰਸ ਨੇ ਸਾਰੇ। ਠੀਕ ਹੈ ਇਹ ਜਿੱਥੇ ਅਸੀਂ ਜਾਂਦੇ ਆ ਉੱਥੋਂ ਦੇ ਜਿਹੜੇ ਕਾਰ ਡੀਲਰਸ ਨੇ ਨਾ, ਅਸੀਂ ਉਹਨਾਂ ਨੂੰ ਨਾਲ ਲੈ ਕੇ ਚੱਲਨੇ ਆ। ਜਿਸ ਤਰ੍ਹਾਂ ਭਿੰਦਰ ਸਾਹਿਬ ਨੇ, ਸਾਰੇ ਦੋਸਤ ਨੇ ਨਾ, ਇਹਨਾਂ ਨੂੰ ਅਸੀਂ ਨਾਲ ਲੈ ਕੇ ਚੱਲੇ, ਇਹਨਾਂ ਤੋਂ ਬਗੈਰ ਅਸੀਂ ਨਾਕਾਮ ਆ। ਆਖਰ ਤੇ ਕੀ ਪੈਗਾਮ ਦਿਓਗੇ ਗੁਜਰਾਲੇ ਦੀ ਪਬਲਿਕ ਨੂੰ, ਲੋਕਾਂ ਨੂੰ ਖਰੀਦੋ ਫਰੋਖਤ ਲਈ ਜਿਹੜੀ ਤੁਸੀਂ ਜਿੱਦਤ ਲਿਆਂਦੀ ਆਪਣੇ ਕਾਰੋਬਾਰ ਵਿੱਚ, ਇਸ ਬਾਰੇ ਨਾਲ ਕੀ ਕਹੋ? ਬਸ ਇਨਸ਼ਾਅੱਲਾ ਜੀ ਅਸੀਂ ਗੁਜਰਾਲੇ ਦਾ ਬਹੁਤ ਸ਼ੁਕਰੀਆ, तमाम ਗੁਜਰਾਲੇ ਦੇ ਦੋਸਤ ਜਿਹੜੇ ਦੇਖ ਰਹੇ ਨੇ, ਬਹੁਤ ਉਹਨਾਂ ਦਾ ਸ਼ੁਕਰੀਆ ਕਿ ਉਹਨਾਂ ਨੇ ਪਿਆਰ ਦਿੱਤਾ। ਉਸ ਤੋਂ ਬਾਅਦ ਅਸੀਂ ਇਹਨਾਂ ਵਾਸਤੇ ਹੋਰ ਇੱਕ ਸਹੂਲਤ ਕੱਢੀ ਹੈ ਕਿ ਅਸੀਂ ਜਗ੍ਹਾ ਜਗ੍ਹਾ ਤੇ ਆਪਣੇ ਸਰਵਿਸ ਸੈਂਟਰ ਬਣਾ ਰਹੇ ਹਾਂ। ਗੁਜਰਾਲੇ ਦੇ ਵਿੱਚ ਵੀ ਜਿੱਥੇ ਜਿੱਥੇ ਕਾਰਾਂ ਦੀ ਮਾਰਕੀਟ ਹੋਏਗੀ ਉੱਥੇ ਸਾਡਾ ਸਰਵਿਸ ਸੈਂਟਰ ਹੋਏਗਾ। ਸਰਵਿਸ ਸੈਂਟਰ ਬਣਾਉਣ ਦਾ ਮਕਸਦ ਹੈ ਕਿ ਅਸੀਂ ਜਿਹੜੀ ਗੱਡੀ ਵੇਚਣਗੇ ਸਾਡੇ ਕੋਲ ਕਲੀਅਰਨੈਸ ਕਰਾਉਣਗੇ STM ਤੋਂ। ਸਾਡੇ ਕੋਲ ਕਲੀਅਰਨੈਸ ਕਰਾਉਣਗੇ ਨਾ, ਅਗਰ ਕਿਸੇ ਦਾ ਦਿਲ ਕਰਦਾ ਕਰਾਵੇ, ਜਿਹਦਾ ਨਹੀਂ ਕਰਦਾ ਨਾ ਕਰਾਏ। OLX ਤੋਂ ਗੱਡੀ ਖਰੀਦਣ, ਪਾਰਕਵੀਲ ਤੋਂ ਖਰੀਦਣ, ਜਿੱਥੋਂ ਮਰਜ਼ੀ ਖਰੀਦਣ, ਗੱਡੀ ਸਾਡੇ ਕੋਲ ਕਲੀਅਰ ਕਰਾਉਣ। ਅਗਰ ਗੱਡੀ 10 ਕਰੋੜ ਦੀ ਹੈ ਜਾਂ 10 ਲੱਖ ਰੁਪਏ ਦੀ ਹੈ, ਉਹ ਅਸੀਂ ਕਲੀਅਰ ਕਰਕੇ ਦੇਵਾਂਗੇ, ਆਪਣੀ ਨਾਲ ਰਸੀਦ ਦੇਵਾਂਗੇ। ਅਗਰ ਕੱਲ ਨੂੰ ਕੋਈ ਗੱਡੀ ਉਹ ਟੈਂਪਰ ਨਿਕਲ ਆਉਂਦੀ ਹੈ, ਕੱਟ ਐਂਡ ਵੈਲ ਨਿਕਲ ਆਉਂਦੀ, ਪਹਿਲੇ ਤਾਂ ਕੋਈ ਜ਼ਿੰਮੇਵਾਰੀ ਨਹੀਂ ਨਾ ਦਿੰਦਾ ਇਸ ਚੀਜ਼ ਦੀ, ਲੇਕਿਨ ਡੋਗਰ ਮੋਟਰ ਇਸ ਚੀਜ਼ ਦੀ ਜ਼ਿੰਮੇਵਾਰੀ ਦਿੰਦਾ ਕਿ ਅਗਰ ਗੱਡੀ ਸਾਡੀ ਇੰਸਪੈਕਸ਼ਨ ਕੀਤੀ ਹੋਈ, ਜੇ ਘਰ ਗਿਆ ਵੀ ਅਸੀਂ ਅਨੇਕ ਆਪਣੇ ਨੀਚੇ ਸਾਡੀ ਇੰਸਪੈਕਸ਼ਨ ਸ਼ੀਟ ਤੇ ਲਿਖਿਆ ਕਿ ਸਾਡੇ ਕੋਲ ਗੱਡੀ ਲਿਜਾ ਕੇ 24 ਘੰਟੇ ਦਾ ਟਾਈਮ ਹੈ, ਤੁਹਾਡੇ ਕੋਲ ਆਪਣੇ ਮਿਸਤਰੀ ਨੂੰ, ਡੈਂਟਰ, ਪੈਂਟਰ ਨੂੰ ਚੈੱਕ ਕਰਾਓ। ਅਗਰ ਜੋ ਤੁਹਾਨੂੰ 2 ਪੀਸ ਦੱਸੇ ਨੇ ਤੇ ਤੀਸਰਾ ਜੇ ਨਿਕਲ ਆਵੇ ਤੇ ਗੱਡੀ ਵਾਪਸ ਲੈ ਕੇ ਆਓ, ਆਪਣੇ ਜਾ ਕੇ ਪੇਮੈਂਟ ਲਵੋ। ਤੇ ਉਸ ਤੋਂ ਬਾਅਦ ਅਗਰ ਸਾਡੀ ਗੱਡੀ ਦੇ ਵਿੱਚ ਕੋਈ ਸਮਾਰਟ ਕਾਰਡ ਚਾਰਜ ਨਿਕਲ ਆਉਂਦਾ, ਕੋਈ ਬੁੱਕ ਚਾਰਜ ਨਿਕਲ ਆਉਂਦੀ, ਬਾਇਓਮੈਟ੍ਰਿਕ ਤੋਂ ਬਗੈਰ ਟ੍ਰਾਂਸਫਰ ਹੋਈ ਨਿਕਲ ਆਉਂਦੀ ਹੈ ਪਹਿਲੀ, ਤੇ ਜੇ ਅਗਰ ਕੋਈ ਵੀ ਚੀਜ਼ ਘੱਟ ਹੈ ਜਾਂ ਗੱਡੀ ਟੈਂਪਰ ਨਿਕਲ ਆਉਂਦੀ, ਚੇਸੀ ਚੈੱਕ ਹੋਈ ਨਿਕਲ ਆਉਂਦੀ ਹੈ ਜਾਂ ਚੇਸੀ ਰੰਗੀ ਹੋਈ ਨਿਕਲ ਆਉਂਦੀ, ਤੇ ਵਾਪਸ ਲੈ ਕੇ ਪੂਰੀ ਪੇਮੈਂਟ ਲੈ। ਸ਼ੁਦਾ ਲੱਭਦੀ ਹੈ ਕੋਈ ਵੀ ਇਸ਼ੂ ਹੋਵੇ, ਕੋਈ ਵੀ ਇਸ਼ੂ ਅਸੀਂ ਸਿਰਫ 10,000 ਰੁਪਏ ਉਹਦੀ ਮਜ਼ਦੂਰੀ ਲੈਂਦੇ ਆ, ਠੀਕ ਹੈ, ਇੱਕ ਕਮਿਸ਼ਨ ਲੈਂਦੇ ਆ। ਉਹਦੇ ਚ ਬੜੀ ਵੈਸੇ ਸਾਡਾ 30,000 ਰੁਪਏ ਹੈਗਾ ਕਮਿਸ਼ਨ, ਲੇਕਿਨ ਜਿਹੜਾ ਬੰਦਾ ਖੁਦ ਗੱਡੀ ਖਰੀਦ ਕੇ ਲੈ ਕੇ ਆਏਗਾ ਸਾਡੇ ਕੋਲ, ਵੀ OLX ਤੋਂ, ਪਾਰਕਵੀਲ ਤੋਂ ਜਾਂ ਕਿਸੇ ਸ਼ੋਰੂਮ ਤੋਂ, ਉਹ ਚਾਹੁੰਦਾ ਹੈ ਕਿ ਮੈਂ ਡੋਗਰ ਮੋਟਰ ਦੀ ਸਰਵਿਸ ਲੈਣੀ ਚਾਹੁੰਦਾ ਤੇ ਜ਼ਿੰਮੇਵਾਰੀ ਲੈਣਾ ਚਾਹੁੰਦਾ, ਕਿਉਂਕਿ ਕਿਸੇ ਵੀ ਸ਼ੋਰੂਮ ਵਾਲੇ ਨੂੰ ਕਹੋਗੇ ਨਾ ਲਿਖ ਕੇ ਦੇ ਕਿ ਕਿੰਨੇ ਪੀਸ ਟੱਚ ਨੇ, ਉਹ ਤੁਹਾਨੂੰ ਲਿਖ ਕੇ ਨਹੀਂ ਦੇਗਾ। ਉਹਨੂੰ ਕਹੋ ਨਾ ਵੀ ਯਾਰ ਤੇ ਲਿਖ ਕੇ ਦੇ ਵੀ ਇੰਨੇ ਪੀਸ ਟੱਚ ਨੇ, ਕਹਿੰਦਾ ਜਾ ਕੰਮ ਕਰ, ਜਾ ਮੈਂ ਤੈਨੂੰ ਗੱਡੀ ਨਹੀਂ ਵੇਚਣੀ, ਲੇਕਿਨ ਡੋਗਰ ਮੋਟਰ ਲਿਖ ਕੇ ਦਿੰਦਾ। ਠੀਕ ਹੈ, ਜੋ ਕਿਸੇ ਨੂੰ ਕਹੋਗੇ ਨਾ ਵੀ ਯਾਰ ਇਹ ਕਾਗਜ਼ਾਂ ਦਾ ਲਿਖ ਕੇ ਦੇ, ਤੂੰ ਮੈਨੂੰ ਕਿਹੜੇ ਕਿਹੜੇ ਕਾਗਜ਼ ਦਿੱਤੇ ਨੇ, ਉਹ ਤੁਹਾਨੂੰ ਕਦੀ ਵੀ ਨਹੀਂ ਲਿਖ ਕੇ ਦੇਗਾ। ਠੀਕ ਹੈ। ਐਪ ਦੇ ਬਾਰੇ ਨਾਲ ਦੱਸੋ, ਜਿਹੜੀ ਐਪ ਤੁਸੀਂ ਲਾਂਚ ਕਰਨ ਜਾ ਰਹੇ ਹੋ। ਐਪ ਜਿਹੜੀ ਉਹ ਸਾਡੀ ਮਾਸ਼ਾਅੱਲਾ ਜੀ ਬਣੀ ਪਈ ਹੈ, ਤਕਰੀਬਨ 2 ਮਹੀਨੇ ਹੋ ਗਏ ਨੇ। ਕੀ ਨਾਮ ਹੈ ਐਪ ਦਾ? ਐਪ ਹੈਗੀ ਡੋਗਰ ਵੀਲ ਦੇ ਨਾਮ ਤੋਂ, ਔਰ ਅਸੀਂ ਉਹ ਐਪ ਸਾਡੀ ਪਾਰਕਵੀਲ ਤਰ੍ਹਾਂ ਨਹੀਂ ਹੈ। ਸਾਡਾ ਬਹੁਤ ਮਾਡਲ ਜਿਹੜਾ ਨਾ ਉਹ ਬਹੁਤ ਅਲੱਗ ਹੈ ਉਹਨਾਂ ਨਾਲੋਂ। ਉਹਦੇ ਵਿੱਚ ਅਸੀਂ ਸਿਰਫ ਜਿਹੜੀ ਗੱਡੀ ਅਸੀਂ ਵੇਚਾਂਗੇ, ਪਹਿਲੇ ਉਹਦੀ ਇੰਸਪੈਕਸ਼ਨ ਹੋਏਗੀ, ਜਿਹੜੀ ਗੱਡੀ ਦੀ ਐਡ ਲੱਗੇਗੀ ਨਾ, ਸਾਡੇ ਸਰਵਿਸ ਸੈਂਟਰ ਹੋਣਗੇ, ਜਿਹੜੇ ਸਰਵਿਸ ਸੈਂਟਰ ਬਣਾ ਰਹੇ ਨਾ, ਇੱਥੇ ਗੱਡੀ ਪਹਿਲੇ ਚੈੱਕ ਹੋਏਗੀ, ਇਹ ਸਾਡੇ ਸਰਵਿਸ ਸੈਂਟਰ ਤੇ ਜਾ ਕੇ ਐਡ ਲਵਾਉਣਗੇ। ਠੀਕ ਹੋ, ਇਹ ਖੁਦ ਐਡ ਨਹੀਂ ਲਾ ਸਕਦੇ, ਕੋਈ ਵੀ ਬੰਦਾ ਖੁਦ ਐਡ ਨਹੀਂ ਲਾ ਸਕਦਾ। ਨੰਬਰ ਮਾਲਕ ਦਾ ਡਾਇਰੈਕਟ ਲੱਗੇਗਾ, ਲੇਕਿਨ 2,000 ਰੁਪਏ ਪਹਿਲੇ ਜਮ੍ਹਾਂ ਕਰਾਉਣਗੇ ਉੱਥੇ। 2,000 ਰੁਪਏ ਦੇ ਵਿੱਚ ਅਸੀਂ ਉਹਨਾਂ ਨੂੰ ਸਰਵਿਸ ਕੀ ਦੇਵਾਂਗੇ, ਗੱਡੀ ਦੀ ਪੂਰੀ ਇੰਸਪੈਕਸ਼ਨ ਕਰਕੇ ਨਾਲ ਇੰਸਪੈਕਸ਼ਨ ਸ਼ੀਟ ਲੱਗੇਗੀ, ਨਾਲ ਪੂਰੀ ਗੱਡੀ ਦੇ ਕਾਗਜ਼ਾਤ ਚੈੱਕ ਕਰਕੇ ਦੇਵਾਂਗੇ, ਨਾਲ ਜਨਾਬ ਉਹਨਾਂ ਦੀ CIA ਕਰਵਾ ਕੇ ਦੇਵਾਂਗੇ, ਕੋਈ ਚੋਰੀ ਤੇ ਪਰਚਾ ਤੇ ਨਹੀਂ, ਗੱਡੀ ਟੈਂਪਰ ਤੇ ਨਹੀਂ, ਕੱਟ ਐਂਡ ਵੈਲ ਨਹੀਂ। ਜਿਹੜਾ ਲੋਕਾਂ ਨਾਲ ਜਿਸ ਤਰ੍ਹਾਂ ਪਾਰਕਵੀਲ ਤੇ ਲੋਕਾਂ ਨਾਲ ਫਰਾਡ ਹੋ ਰਹੇ ਨੇ, ਜਿਹੜਾ 10,000 ਤੁਸੀਂ ਕੰਮ ਕਰੋਗੇ ਉਹ 2,000 ਜਿਹੜਾ ਤੁਹਾਡੀ ਐਪ ਯੂਜ਼ ਕਰੇਗਾ, ਉਹ ਐਪ ਯੂਜ਼ ਕਰੇਗਾ, ਜਿਹੜਾ ਸਾਡੇ ਕੋਲ ਐਡ ਲਵਾਏਗਾ ਆ ਕੇ। ਅਸੀਂ ਖੁਦ ਐਡ ਲਾਵਾਂਗੇ, ਸਾਡਾ ਅਮਲਾ ਲਾਏਗਾ, ਪਹਿਲੇ ਗੱਡੀ ਚੈੱਕ ਕਰੇਗਾ। ਅਗਰ ਕਸਟਮਰ ਸਾਊਦੀਆ ਤੋਂ ਆਉਂਦਾ ਜਾਂ ਇੰਗਲੈਂਡ ਤੋਂ ਆਉਂਦਾ ਤੇ ਉੱਥੇ ਬਹਿ ਕੇ ਗੱਡੀ ਖਰੀਦੇਗਾ, ਕਿਉਂਕਿ ਉਹਨੂੰ ਇੰਸਪੈਕਸ਼ਨ ਸ਼ੀਟ ਵੀ ਬਣ ਗਈ, ਉਹਦੇ ਕਾਗਜ਼ ਵੀ ਸਾਰੇ ਚੈੱਕ ਹੋ ਗਏ, CIA ਵੀ ਹੋ ਗਈ, ਸਾਰਾ ਕੁਝ ਹੋ ਗਿਆ, ਬਾਇਓਮੈਟ੍ਰਿਕ ਦਾ ਵੀ। ਔਰ ਉਸ ਤੋਂ ਬਾਅਦ ਰੇਟ ਵੀ ਪਹਿਲੇ ਠੀਕ ਕਰਾਂਗੇ, ਉਹਨੂੰ ਸਮਝਾਵਾਂਗੇ ਕਿ ਜਿਸ ਤਰ੍ਹਾਂ ਪਾਰਕਵੀਲ ਤੇ ਇੱਕ ਬੰਦਾ 30 ਲੱਖ ਲਾਉਂਦਾ, ਦੂਸਰਾ 31 ਲਾ ਦਿੰਦਾ, ਤੀਸਰਾ 32 ਲਾ ਦਿੰਦਾ, ਚੌਥਾ 34 ਲਾ ਦਿੰਦਾ, ਵੇਖੀ ਉਹ ਗੱਡੀ ਤੁਰ ਜਾਂਦੀ ਹੈ 45 ਲੱਖ ਰੁਪਏ ਦੀ, ਵਰਥ ਹੁੰਦੀ ਉਹਦੀ 30 ਲੱਖ ਰੁਪਈਆ। ਉਹ ਚੀਜ਼ ਨਹੀਂ ਹੋਏਗੀ, ਅਸੀਂ ਪਹਿਲੇ ਉਹਨੂੰ ਸਮਝਾਵਾਂਗੇ, ਸਾਡੀ ਟੀਮ ਸਮਝਾਏਗੀ ਬਈ ਤੇਰੀ ਗੱਡੀ ਇੰਨੇ ਦੀ ਨਹੀਂ ਹੈ, ਅਗਰ ਤੂੰ ਸੇਲ ਕਰਨੀ ਚਾਹੁੰਦਾ ਤੇ ਫਿਰ ਇਹਦਾ ਰੇਟ ਡਾਊਨ ਕਰ। ਇਹ ਗੱਡੀ ਤੇਰੀ ਅਗਰ 30 ਲੱਖ ਦੀ ਮਾਰਕੀਟ 'ਚ ਹੋਏਗੀ ਤੇ ਅਸੀਂ ਉਹਦਾ ਜ਼ੇਨ ਬਣਾ ਕੇ ਨਾ ਤੇ ਉਹਦੀ 29.5 ਲੱਖ ਰੁਪਏ ਦਾ ਐਡ ਲਾਵਾਂਗੇ। ਪਹਿਲੇ ਜ਼ੇਨ ਬਣਾਵਾਂਗੇ ਕਿ ਇਹ ਤੇਰੀ ਵਿਕਨ ਨਹੀਂ ਹੈ ਤੇ ਤਾਂ ਐਡ ਲਾਣੇ, ਤੇ ਫਿਰ ਫਾਇਦਾ ਕੋਈ ਨਹੀਂ ਐਡ ਲਾਉਣ ਦਾ। ਇਹ ਨਹੀਂ ਹੋਏਗਾ ਕਿ ਜਿੰਨਾ ਮਰਜ਼ੀ ਕੋਈ ਐਡ ਲਾਈ ਜਾਵੇ, ਕਿਹੜਾ ਕੋਈ ਪੁੱਛਣ ਦੱਸਣ ਵਾਲਾ, ਜਿਵੇਂ ਮਰਜ਼ੀ ਘਰ ਕੋਈ ਟੈਂਪਰ ਗੱਡੀਆਂ ਵੇਚੀ ਜਾਵੇ, ਜਿਵੇਂ ਮਰਜ਼ੀ ਕੱਟ ਐਂਡ ਵੈਲਡ ਵੇਚੀ ਜਾਵੇ। ਲੋਕੀ ਵਿਚਾਰੇ ਕਮੇਟੀਆਂ ਪਾ ਕੇ ਪੈਸੇ ਇਕੱਠੇ ਕਰਦੇ ਨੇ, ਤੇ ਜਦੋਂ ਜਾਂਦੇ ਨੇ ਜਾ ਕੇ ਗੱਡੀ ਲੈਂਦੇ ਨੇ, ਉਹ ਲੈ ਕੇ ਘਰ ਜਾਂਦੇ ਨੇ, ਪਤਾ ਲੱਗਦਾ ਤੇ ਗੱਡੀ ਸਾਰੀ ਟੈਂਪਰ ਹੈ। ਜਿਹੜੀ ਗੱਡੀ ਪਾਕਿਸਤਾਨ 'ਚ ਚੋਰੀ ਹੋ ਰਹੀ ਹੈ, ਦੁਬਾਰਾ ਟੈਂਪਰ ਹੋ ਕੇ ਮਾਰਕੀਟ 'ਚ तीसरे दिन आ रही है। ठीक हो गया, बहुत शुक्रिया डोगर साहब, आपने अपने कीमती टाइम। जी नाज़रीन, आपने देखा कि डोगर साहब ने
तमाम तर वो हकायक वो चीज़ जो पिछले चंद दिनों से गुजरांवाला में एक शक्ल मुतनाज़ा शक्ल इख्तियार करनी जा रही थी, आज उन तमाम अफवाहों का दम टूट गया और डोगर मोटर गुजरांवाला का इफ्तिताह हो गया। और जो अपनी ऐप और दीगर जो मामलात हैं उसके बारे में खुल के उन्होंने जो सर्विस देंगे उसके बारे में बताया। जी ਡੋਗਰ ਮੋਟਰ ਸੌਦਾ ਵਾਪਸ ਲੈਂਦਾ ਹੈ, ਜਿਹੜੀ ਕਾਮਯਾਬੀ ਹੈ ਇਹ ਸੁਨਨਤ ਹੈ ਸਾਡੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ। ਅਸੀਂ ਉਹਨਾਂ ਦੇ ਤਰੀਕੇਕਾਰ ਤੇ ਜ਼ਿੰਦਗੀ ਗੁਜ਼ਾਰ ਰਹੇ, ਉਹਨਾਂ ਦੇ ਤਰੀਕੇਕਾਰ ਤੇ ਕਾਰੋਬਾਰ ਕਰ ਰਹੇ। ਜਿਹੜਾ ਬੰਦਾ ਉਹਨਾਂ ਦੇ ਤਰੀਕੇਕਾਰ ਤੇ ਕਾਰੋਬਾਰ ਕਰ ਰਿਹਾ ਉਹਨੂੰ ਨਾ ਦੁਨੀਆ ਤੇ ਘਾਟਾ ਤੇ ਨਾ ਆਖਰਤ ਤੇ ਘਾਟਾ ਹੈ। ਲੋਕਾਂ ਵਾਸਤੇ ਆਸਾਨੀਆਂ ਪੈਦਾ ਕਰਨੇ ਪਏ ਆ। ਇਹ ਮੇਰੇ ਪਿੰਡਰ ਸਾਹਿਬ ਨੇ, ਮੇਰੇ ਭਾਈ ਨੇ ਵੱਡੇ ਜ਼ਬਰ ਪਿੰਡਰ ਸਾਹਿਬ, ਇਹਨਾਂ ਕੋਲ ਮੈਂ ਇਹ ਚੀਜ਼ਾਂ ਸਿੱਖੀਆਂ ਨੇ। ਇਹਨਾਂ ਕੋਲ ਮੈਂ ਗੱਡੀਆਂ ਲੈ ਕੇ ਜਾਂਦਾ ਨਾ ਸਾਂ, ਨਹੀਂ ਸੀ ਵੇਚਦੀ ਨਹੀਂ, ਮੈਂ ਵਾਪਸ ਦੇ ਦਿੰਦਾ ਸਾਂ। ਇੰਝ ਹੀ ਮੈਂ ਵੀ ਲੋਕਾਂ ਨੂੰ ਆਵਾਜ਼ ਦਿੰਦਾ, ਬਈ 15 ਦਿਨ ਤੱਕ ਗੱਡੀ ਨਾ ਵਿਕੇ ਵਾਪਸ ਲਿਆਓ, ਆਪਣੇ ਪੂਰੇ ਪੈਸੇ ਲੈ ਜਾਓ। ਨਾ ਵੇਚਣ ਦੀ ਕਮਿਸ਼ਨ ਨਾ ਲੈਣ ਦੀ ਕਮਿਸ਼ਨ, ਪੂਰੇ ਪੈਸੇ ਜਿਹਨੂੰ ਵਾਪਸ ਲੱਭ ਜਾਣ ਉਹਨੂੰ ਹੋਰ ਕੀ ਚਾਹੀਦਾ। 15 दिन का टाइम देने, ਅਸੀਂ 7 दिनों में भी वापस ला देने गाड़ी। ठीक है। हाँ जी देखा नाज़रीन, आपने जो मोटर कार जो कार के या बिजनेस है इसके अंदर जो रवायात, जो चीज़ें नई रवायात जो शहजाद डोगर साहब ने जन्म दी हैं, वो इस कारोबार के अंदर पाकिस्तान के अंदर जितने भी कारोबार से मुंसलिक लोग हैं वो इसको अपनाएंगे तो अपना रिज़्क़ हलाल बेहतर से बेहतर कमा सकते हैं। कैमरा मैन मोहम्मद आरिफ के साथ सरदार ताहिर, GT रोड, गुजरांवाला।